नमस्ते सभी को। जे ਤੁਸੀਂ ਨਿਊਜ਼ ਦੇਖਦੇ ਹੋ ਤਾਂ ਤੁਹਾਨੂੰ ਪਤਾ ਲੱਗ ਜਾਏਗਾ ਵੀ ਇਸ ਵੇਲੇ ਸਭ ਤੋਂ ਲੇਟੈਸਟ ਟੌਪਿਕ ਸਾਰੇ ਨਿਊਜ਼ ਚੈਨਲਾਂ ਦਾ ਕੀ ਹੈ। ਛੋਟੇ ਤੋਂ ਛੋਟਾ, ਵੱਡੇ ਤੋਂ ਵੱਡਾ ਨਿਊਜ਼ ਚੈਨਲ ਇੱਕੋ ਚੀਜ਼ ਦੇ ਉੱਤੇ ਚੱਲਿਆ, ਪ੍ਰਧਾਨ ਮੰਤਰੀ ਦੀ ਸੁਰੱਖਿਆ ਔਰ ਪੰਜਾਬ ਦੀ ਸਰਕਾਰ ਦਾ ਉਹਦਾ ਰਿਸਪੌਂਸ। ਮੈਂ ਵੈਦਿਆ ਈਸ਼ਵਰ ਚੰਦਰ ਮੀਡੀਆ ਕਾਰਪਸ ਦੇ ਗੱਪਸ਼ਪ कार्यक्रम ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ। ਮੇਰੇ ਨਾਲ ਮੇਰੇ ਮਿੱਤਰ ਇੰਜੀਨੀਅਰ ਕੇ ਸੂਦ ਔਰ ਐਡਵੋਕੇਟ ਅਨੁਜ ਠਾਕੁਰ ਜੀ। ਇਸ ਗੱਪਸ਼ਪ ਦੇ ਵਿੱਚ ਅਸੀਂ ਕੁਛ ਨਾ ਕੁਛ ਕੱਢਣ ਦੀ ਕੋਸ਼ਿਸ਼ ਕਰਾਂਗੇ। ਜੇ ਸਾਡੀ ਗੱਪਸ਼ਪ ਤੁਹਾਨੂੰ ਚੰਗੀ ਲੱਗਦੀ ਹੈ ਤਾਂ ਉਸ ਤੋਂ ਬਾਅਦ ਤੁਸੀਂ ਵੀ ਗੱਪਸ਼ਪ ਦਾ ਪਾਰਟ ਬਣ ਸਕਦੇ ਹੋ। ਇਹ ਸੁਧੀਰ ਜੀ ਨੇ ਪਹਿਲੇ ਵੀ ਕਿਹਾ ਔਰ ਸੁਧੀਰ ਜੀ ਦਾ ਉਪਰਾਲਾ ਕਾਫੀ ਪਾਪੂਲਰ ਹੋ ਰਿਹਾ। ਮੈਂ ਜਦੋਂ ਇੱਕ ਉਹ ਦੇਖਦਾ ਪਿਆ ਸੀਗਾ TV ਚੈਨਲ ਦੇ ਉੱਤੇ ਕਿ ਪ੍ਰਧਾਨ ਮੰਤਰੀ ਜੀ ਖੜ੍ਹੇ ਨੇ, ਉਹਨਾਂ ਦੇ ਆਸ-ਪਾਸੋਂ ਗੱਡੀਆਂ ਵੀ ਲੰਘ ਰਹੀਆਂ ਨੇ, ਦੂਜੀਆਂ ਵੀ ਲੰਘ ਰਹੀਆਂ ਨੇ ਔਰ ਉਹ ਜਿਹੜਾ ਸਥਾਨ ਹੈ ਉਹ ਪਾਕਿਸਤਾਨ ਦੀ ਬਿਲਕੁਲ ਰੇਂਜ ਦੇ ਵਿੱਚ ਹੈ ਔਰ ਐਡਾ ਵੱਡਾ ਰਿਸਕ। ਮੈਂ ਬੜਾ ਹੈਰਾਨ ਹੋਇਆ ਔਰ ਦੁੱਖ ਵੀ ਲੱਗਾ, ਗੁੱਸਾ ਵੀ ਆਇਆ, ਪਰ ਉਸ ਵੇਲੇ ਕੀਤਾ ਕੀ ਜਾ ਸਕਦਾ ਸੀ। ਅਸੀਂ ਵੀ ਉਸ ਰੈਲੀ ਨੂੰ ਅਟੈਂਡ ਕਰਨ ਵਾਸਤੇ ਗਏ ਸੀ। ਸਾਨੂੰ ਤਾਂ ਬਾਅਦ ਦੇ ਵਿੱਚ TV ਤੋਂ ਪਤਾ ਲੱਗਾ ਵੀ ਇਹ ਹਾਲਾਤ ਹੋਏ। ਅਸੀਂ ਖੁਦ ਬਰਸਾਤ ਦੇ ਵਿੱਚ ਰਸਤੇ ਦੇ ਵਿੱਚ ਖੜ੍ਹੇ ਸੀ, ਜਗ੍ਹਾ ਜਗ੍ਹਾ ਦੇ ਉੱਤੇ ਬੈਰੀਅਰ ਲਗਾ ਕੇ ਰੋਕਿਆ ਜਾ ਰਿਹਾ ਸੀ, ਲੇਕਿਨ ਫਿਰ ਵੀ ਲੋਕਾਂ ਦਾ ਉਤਸ਼ਾਹ ਜਿਹੜੇ ਜਾਣ ਵਾਲੇ ਸੀ ਕੰਮ ਨਹੀਂ ਸੀ। ਇਹ ਮੁੱਦਾ ਤਾਂ ਅਲੱਗ ਹੈ, ਇਹ ਰਾਜਨੀਤਿਕ ਇਸ਼ੂ ਹੈ, ਲੇਕਿਨ ਜਿਹੜੀ ਪ੍ਰਾਈਮ ਮਿਨਿਸਟਰ ਦੀ ਸੁਰੱਖਿਆ ਔਰ ਇੱਕ ਪੰਜਾਬ ਸਰਕਾਰ, ਚੁਣੀ ਹੋਈ ਪੰਜਾਬ ਸਰਕਾਰ ਦਾ ਜਿਹੜਾ ਰਿਸਪੌਂਸ ਸੀ ਉਹ ਬੜਾ ਹੀ ਸ਼ਰਮਨਾਕ ਸੀ। ਮੈਨੂੰ ਤਾਂ ਸ਼ਰਮਨਾਕ ਲੱਗਾ। ਸੂਦ ਸਾਹਿਬ ਤੁਸੀਂ ਕੀ ਕਹਿੰਦੇ ਹੋ? ਦੇਖੋ ਜੀ, ਦੇਸ਼ ਦਾ ਪ੍ਰਧਾਨ ਮੰਤਰੀ ਜਿਹੜੇ ਮਰਜ਼ੀ ਸਟੇਟ 'ਚ ਜਾਵੇ, ਇਹ ਤਾਂ ਵੈਸੇ ਹੀ ਉਹ ਆਫੀਸ਼ੀਅਲੀ ਕਾਰਿਆਕਰਮ 'ਚ ਆ ਰਹੇ ਸੀ। ਚਾਹੇ ਉਹ ਆਫੀਸ਼ੀਅਲੀ ਕਾਰਿਆਕਰਮ 'ਚ ਆਵੇ, ਚਾਹੇ ਆਪਣਾ ਰਾਜਨੀਤਿਕ ਕਾਰਿਆਕਰਮ 'ਚ ਆਵੇ, ਚਾਹੇ ਕਿਤੇ ਪਰਸਨਲ ਜਾਂ ਨਿੱਜੀ ਕਿਸੇ ਕਾਰਿਆਕਰਮ 'ਚ ਵੀ ਜਾਵੇ, ਉਹਦੀ ਜਿਹੜੀ ਸੁਰੱਖਿਆ ਉਹ ਤਾਂ ਸਰਵੋਪਰੀ ਹੈ ਹਮੇਸ਼ਾ, ਹਰ ਦਮ। ਸੁਰੱਖਿਆ ਤਾਂ ਸਾਰਿਆਂ ਦੀ ਸਰਵੋਪਰੀ ਹੈ, ਪਰ ਉਹ ਤਾਂ ਮੋਸਟ ਇੰਪੋਰਟੈਂਟ ਹੈ। ਸਰਵੋਪਰੀ ਸਾਰਿਆਂ ਦੀ ਹੈ ਕਿ ਨਹੀਂ ਇਹ ਨਹੀਂ ਮੈਨੂੰ ਪਤਾ। ਸਰਵੋਪਰੀ ਦਾ ਜੋ ਆਪਾਂ ਮਤਲਬ ਕੱਢਦੇ ਹਾਂ, ਪ੍ਰਧਾਨ ਮੰਤਰੀ ਦੀ ਸੁਰੱਖਿਆ ਤਾਂ ਸਰਵੋਪਰੀ ਹੈ, ਹਰ ਇੱਕ ਨਾਗਰਿਕ ਤੋਂ ਉੱਪਰ ਹੈ, ਅਲਟੀਮੇਟ ਸੁਰੱਖਿਆ। ਠੀਕ ਹੈ ਨਾ? ਹੁਣ ਕਾਫਲਾ ਉੱਥੇ ਪਹੁੰਚਿਆ, ਇੱਕ ਪੁੱਲ ਦੇ ਉੱਪਰ ਉਹਨੂੰ ਰੁਕਣਾ ਪਿਆ ਕਾਫਲੇ ਨੂੰ। ਠੀਕ ਹੈ ਨਾ? ਜਿਹਦਾ ਨਾਂ ਇੱਕੋ ਹੀ ਐਗਜ਼ਿਟ ਸੀ ਅਤੇ ਇੱਕੋ ਹੀ ਐਂਟਰੈਂਸ ਸੀ। ਠੀਕ ਹੈ। ਹੁਣ ਅਸੀਂ ਵੀ ਕਈ ਸਾਲਾਂ ਤੋਂ ਦੇਖਦੇ ਆ ਰਹੇ, 35-40 ਸਾਲ ਤੋਂ ਲਾ ਲਓ, ਜਦੋਂ ਤੋਂ ਹੋਸ਼ ਸੰਭਾਲੀ ਹੈ ਅਸੀਂ। ਠੀਕ ਹੈ ਨਾ? ਇਹ ਤੁਹਾਨੂੰ 35-40 ਸਾਲ ਤੋਂ ਹੋਸ਼ ਜਦੋਂ ਵੀ ਚਲੋ ਦੇਖਣ ਲੱਗੇ ਚੀਜ਼ਾਂ, ਜਦੋਂ ਵੀ ਪ੍ਰਧਾਨ ਮੰਤਰੀ ਕਿਤੇ ਜਾਵੇ ਉਹ ਤਾਂ ਡਾਊਟ ਕੋਈ ਹੈ ਨਹੀਂ ਨਾ ਵੀ ਉਹਨੇ ਤਾਂ ਬਾਈ ਏਅਰ ਹੀ ਜਾਣਾ। ਠੀਕ ਹੈ ਨਾ ਗੱਲ? ਇਹ ਕੋਈ ਡਿਸਕਸ਼ਨ ਵਾਲੀ ਟੌਪਿਕ ਵੀ ਨਹੀਂ। ਬਟ ਜਦੋਂ ਵੀ ਜਿੱਥੇ ਵੀ ਬਾਈ ਏਅਰ ਜਾਣਾ ਤਾਂ ਜੋ ਸਾਨੂੰ ਨੋਰਮਸ ਪਤਾ ਹੈ ਵੀ ਇਨ ਪ੍ਰੈਕਟਿਸ ਹੈਗੇ ਆ ਆਪਣੇ ਸਿਸਟਮ 'ਚ, ਤਾਂ ਇੱਕ ਆਲਟਰਨੇਟ ਰੂਟ ਉਹਦੇ ਲਈ ਰਿਜ਼ਰਵ ਰੱਖਿਆ ਜਾਂਦਾ ਬਾਈ ਰੋਡ ਹਮੇਸ਼ਾ ਹੀ, ਚਾਹੇ ਮੌਸਮ ਬਿਲਕੁਲ ਬਰਸਾਤ ਦਾ ਹੋਵੇ ਹੀ ਨਾ, ਵੀ ਐ ਨਹੀਂ ਕਲੀਅਰ ਹੈ ਸਾਰਾ ਕੁਝ, ਤਾਂ ਵੀ ਰੱਖਿਆ ਜਾਂਦਾ ਕਿਸੇ ਵੀ ਐਮਰਜੈਂਸੀ ਸਿਚੁਏਸ਼ਨ 'ਚ। ਉੱਥੇ ਉਹਦੇ ਥਰੂ ਜਾਣਾ ਹੁੰਦਾ। ਠੀਕ ਹੈ? ਅਤੇ ਉਹਦਾ ਉਸ ਤਰ੍ਹਾਂ ਹੀ ਦੇਖ ਸੁਰੱਖਿਆ ਕੀਤੀ ਜਾਂਦੀ ਹੈ ਜਿਵੇਂ ਕਿ ਜਿੱਥੇ ਏਅਰਪੋਰਟ 'ਤੇ ਉਤਰਨਾ ਉੱਥੇ ਕੀਤੀ ਗਈ, ਜਾਂ ਜਿਹੜੇ ਵੈਨਿਊ 'ਤੇ ਜਾਣਾ ਉੱਥੇ, ਉਂਝ ਪੂਰੀ ਸੜਕ 'ਤੇ ਉਸ ਤਰ੍ਹਾਂ ਹੀ ਸੁਰੱਖਿਆ ਕੀਤੀ ਜਾਂਦੀ ਹੈ। ਜਦੋਂ ਤੱਕ ਪ੍ਰਾਈਮ ਮਿਨਿਸਟਰ ਉਸ ਵੈਨਿਊ ਤੋਂ ਜਾ ਕੇ ਆਪਣੇ ਵਾਪਸ ਦਿੱਲੀ ਪਹੁੰਚ ਨਾ ਜਾਵੇ, ਉਦੋਂ ਤੱਕ ਉਹ ਸਿਸਟਮ ਸਾਰਾ ਇਨ ਪਲੇਸ ਰਹਿੰਦਾ। ਔਰ ਇਹ ਬੜੇ ਇੱਕ ਦੁਰਭਾਗਿਆਪੂਰਨ ਆਪਾਂ ਕਹਿ ਸਕਦੇ ਵੀ ਇੱਕ ਦੇਸ਼ ਦਾ ਪ੍ਰਧਾਨ ਮੰਤਰੀ 15-20 ਮਿੰਟ ਉਹਦਾ ਕਾਫਲਾ ਉੱਥੇ ਖੜਾ ਰਹਿੰਦਾ ਹੈ। ਇਹ ਦੁਰਭਾਗਿਆ ਹੈ ਕਿ ਨਲਾਇਕੀ ਹੈ? ਦੇਖੋ, ਇਹ ਨਲਾਇਕੀ ਤਾਂ ਹੁਣ ਜਦੋਂ ਹੁਣ ਇਹ ਜਾਂਚ ਹੋਏਗੀ, ਅਸੀਂ ਤਾਂ ਕਹਿ ਰਹੇ ਹਾਂ ਵੀ ਇਹ ਜਾਂਚ ਹੋਣੀ ਚਾਹੀਦੀ ਹੈ। ਜਿਵੇਂ ਸਰਕਾਰ ਕਹਿ ਰਹੀ ਹੈ ਵੀ ਇਹ ਕੋਈ ਚੂਕ ਹੋ ਗਈ, ਇਹ ਤਾਂ ਗਹਿਨ ਜਾਂਚ ਹੋਣੀ ਚਾਹੀਦੀ ਹੈ, ਗਹਿਰਾਈ ਤੱਕ ਸੱਚਾਈ ਪਤਾ ਲੱਗਣਾ ਚਾਹੀਦਾ ਹੈ ਬਈ ਇਹ ਕੀ ਇੱਕ ਅਣਜਾਣੇ 'ਚ ਕੋਈ ਝੂਕ ਸੀ
ਕਿ ਕੋਈ ਇਹ ਕਿਸੇ ਦੀ ਸੋਚੀ ਸਮਝੀ ਸਾਜ਼ਿਸ਼ ਸੀ। ਇਹ ਦੇਸ਼ ਦੇ ਲੋਕ ਜ਼ਰੂਰ ਜਾਣਨਾ ਚਾਹਣਗੇ, ਕਿਉਂਕਿ ਇਹ ਬੜੀ ਇੱਕ ਅਜੀਬੋ ਗਰੀਬ, ਔਰ ਮੈਂ ਤਾਂ ਸਮਝਦਾ ਇਹ ਪੰਜਾਬੀ ਐਜ਼ ਏ ਪੰਜਾਬੀ ਹੋਣ ਦੇ ਨਾਤੇ, ਭਾਰਤੀ ਹੋਣ ਦੇ ਨਾਤੇ, ਮੈਨੂੰ ਤਾਂ ਐਜ਼ ਪਰਸਨਲ ਨਾਗਰਿਕ ਜੇ ਸਮਝੋ, ਮੈਂ ਤਾਂ ਪਰਸੋਂ ਦਾ ਬਹੁਤ ਜ਼ਿਆਦਾ ਦੁਖੀ ਹਾਂ ਵੀ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਦੀ ਮਤਲਬ ਇਸ ਤਰ੍ਹਾਂ ਸੁਰੱਖਿਆ 'ਚ ਚੂਕ ਵੀ ਆਪਣਾ ਸਿਸਟਮ 'ਚ ਕੋਈ ਵੀ ਕਰ ਸਕਦਾ ਹੈ। ਠੀਕ ਹੈ ਨਾ। ਇਹ ਤਾਂ ਬਾਕੀ ਰਹੀ ਪੰਜਾਬ ਦੀ ਗੱਲ। ਪੰਜਾਬੀ ਤਾਂ ਵੈਸੇ ਹੀ ਆਓ ਭਗਤ ਲਈ ਮਸ਼ਹੂਰ ਹੈ, ਖੁੱਲੇ ਦਿਲ ਲਈ ਮਸ਼ਹੂਰ ਹੈ ਵੀ ਸਾਡੇ ਤਾਂ ਕੋਈ ਆਵੇ ਅਸੀਂ ਤਾਂ ਫੁੱਲੇ ਨਹੀਂ ਸਮਾਉਂਦੇ। ਕਹਿੰਦੇ ਨਾ ਉਛਲ ਕੇ ਅਸੀਂ ਤਾਂ ਉਹਨਾਂ ਦੀ ਇੱਜ਼ਤ ਕਰਦੇ ਹਾਂ ਆਪਣੇ ਕੋਈ ਆਪਣਾ ਆਂਦਾ ਘਰ 'ਚ ਜਾਂ ਆਪਣੇ ਸ਼ਹਿਰ 'ਚ। ਠੀਕ ਹੈ ਨਾ। ਤੇ ਇਹ ਤਾਂ ਪੂਰੇ ਪੰਜਾਬ ਦੀ ਤੇ ਐਜ਼ ਪੰਜਾਬੀ ਅਸੀਂ ਕਹਿ ਲਈਏ ਪੰਜਾਬੀਆਂ ਦੀ ਇੱਕ ਜਿਹਨੂੰ ਆਪਾਂ ਪੰਜਾਬੀਅਤ ਕਹਿੰਦੇ ਹਾਂ, ਆਓ ਭਗਤ ਕਰਨ ਦਾ ਸਾਡਾ ਜਜ਼ਬਾ ਹੈ, ਇਹ ਸਾਰਾ ਇਹ ਤਾਂ ਦੇਸ਼ ਦੁਨੀਆ ਅੱਗੇ ਨਾ ਇਹ ਮਤਲਬ ਸ਼ਰਮਸਾਰ ਹੋ ਗਿਆ। ਅਨੁਜ ਜੀ, ਤੁਸੀਂ ਇਹਦੇ 'ਚ ਹੋਰ ਕੀ ਕੀ ਗੱਲਾਂ ਐਡ ਕਰਨਾ ਚਾਹੁੰਦੇ ਹੋ? ਦੇਖੋ ਜੀ, ਪਹਿਲੇ ਤਾਂ ਸਭ ਤੋਂ ਪਹਿਲੇ ਸਾਡੇ ਪ੍ਰਾਈਮ ਮਿਨਿਸਟਰ ਸਾਹਿਬ ਪੰਜਾਬ 'ਚ ਆਏ, ਫਿਰੋਜ਼ਪੁਰ ਉਹਨਾਂ ਦਾ ਦੌਰਾ ਥਾ। ਜੋ ਉਹਨਾਂ ਦਾ ਪ੍ਰੋਟੋਕੋਲ ਹੈਗਾ ਐਜ਼ ਏ ਪ੍ਰਾਈਮ ਮਿਨਿਸਟਰ, ਕਿਸੇ ਵੀ ਪਾਰਟੀ ਦਾ ਕੋਈ ਪ੍ਰਾਈਮ ਮਿਨਿਸਟਰ ਹੋਵੇ, ਉਹਨਾਂ ਦਾ ਪ੍ਰੋਟੋਕੋਲ ਹੁੰਦਾ ਹੈ ਉਹਨਾਂ ਦਾ ਅਰਾਈਵਲ ਦਾ, ਕਦੋਂ ਕਿੱਥੇ ਜਾ ਰਹੇ ਆ ਔਰ ਕਿੱਥੇ ਉਹਨਾਂ ਨੇ ਜਾਣਾ ਹੈਗਾ। ਰਿਸੀਵਿੰਗ ਦਾ ਪ੍ਰੋਟੋਕੋਲ ਹੁੰਦਾ, ਉਹਨਾਂ ਦੀ ਸਿਕਿਉਰਿਟੀ ਦਾ ਪ੍ਰੋਟੋਕੋਲ ਹੁੰਦਾ ਹੈ। ਰਿਸੀਵਿੰਗ ਪ੍ਰੋਟੋਕੋਲ ਦੀ ਜੇ ਅਸੀਂ ਗੱਲ ਕਰੀਏ, ਜੋ ਅਸੀਂ ਇਲੈਕਟ੍ਰੋਨਿਕਸ ਮੀਡੀਆ 'ਚ ਦੇਖਿਆ ਹੈ ਕਿ ਜਦੋਂ ਬਠਿੰਡਾ ਦੇ ਵਿੱਚ ਪ੍ਰਾਈਮ ਮਿਨਿਸਟਰ ਸਾਹਿਬ ਸਾਡੇ ਉਤਰੇ ਤਾਂ ਉੱਥੇ ਆਈ ਥਿੰਕ ਮਿਸਟਰ ਬਾਦਲ ਥੇ, ਮਨਪ੍ਰੀਤ ਬਾਦਲ, ਸਿਰਫ ਉਹਨਾਂ ਨੂੰ ਰਿਸੀਵ ਕਰਨ ਲਈ। ਹੋਰ ਕੋਈ ਵੀ ਇਸ ਤੋਂ ਇਲਾਵਾ ਨਾ ਕੋਈ ਆਫੀਸਰ ਥਾ ਤੇ ਨਾ ਹੀ ਕੋਈ ਸਾਡੇ ਜੋ ਸੀਐਮ ਸਾਹਿਬ ਹੈ ਇੱਥੋਂ ਚੰਨੀ ਸਾਹਿਬ, ਉਹਨਾਂ ਨੂੰ ਐਜ਼ ਪਰ ਪ੍ਰੋਟੋਕੋਲ ਉੱਥੇ ਪ੍ਰੈਜ਼ੈਂਟ ਹੋਣਾ ਚਾਹੀਦਾ ਥਾ। ਕਿਉਂਕਿ ਕੋਈ ਵੀ ਪ੍ਰਾਈਮ ਮਿਨਿਸਟਰ ਅਗਰ ਕਿਸੇ ਸਟੇਟ ਵਿੱਚ ਜਾਂਦੇ ਹੈ ਤਾਂ ਉਹਨਾਂ ਦੀ ਨੈਤਿਕ ਜ਼ਿੰਮੇਵਾਰੀ ਬਣਦੀ ਹੈ ਸਾਡੇ ਪੰਜਾਬੀਆਂ ਦੇ ਜੋ ਇੱਥੇ ਦੇ ਨਾਗਰਿਕ ਹੈ ਉਹਨਾਂ ਨੂੰ ਰਿਪਰੈਜ਼ੈਂਟ ਕਰਿਆ ਕਰਦੇ। ਤਾਂ ਉਹਨਾਂ ਦੀ ਇੱਕ ਨੈਤਿਕ ਜ਼ਿੰਮੇਵਾਰੀ ਬਣਦੀ ਕਿ ਸਾਡੇ ਪ੍ਰਾਈਮ ਮਿਨਿਸਟਰ ਸਾਹਿਬ ਆ ਰਿਹਾ ਉੱਥੇ, ਚਾਹੇ ਉਹ ਕਿਹੜੀ ਮਰਜ਼ੀ ਪਾਰਟੀ ਦੇ ਹੈ, ਚਾਹੇ ਉਹਨਾਂ ਦੀ ਪਾਰਟੀ ਕਾਂਗਰਸ ਹੈ, ਚਾਹੇ ਬੀਜੇਪੀ ਹੈ, ਉਹਨਾਂ ਨੂੰ ਜਾ ਕੇ ਰਿਸੀਵ ਕਰਨ, ਪੰਜਾਬੀਆਂ ਦੇ ਬਿਹਾਫ ਤੇ ਰਿਸੀਵ ਕਰਨ ਕਿ ਪਤਾ ਲੱਗੇ ਕਿ ਪੰਜਾਬ ਨੇ ਰਿਸੀਵਿੰਗ ਕਰਨ 'ਚ ਜਾਂ ਉਹਨਾਂ ਦੇ ਜੋ ਆਓ ਭਗਤ ਹੈ ਉਹ ਉਹਨਾਂ ਦਾ ਮਾਣ ਸਤਿਕਾਰ ਕੀਤਾ ਗਿਆ। ਪਰ ਇੱਥੇ ਸਾਡੇ ਚੀਫ ਮਿਨਿਸਟਰ ਸਾਹਿਬ ਉੱਥੇ ਗੈਰ ਹਾਜ਼ਰ ਰਹੇ। ਪ੍ਰੋਟੋਕੋਲ 'ਚ ਬਹੁਤ ਵੱਡੀ ਨਲਾਇਕੀ ਹੈਗੀ ਹੈ। ਸੈਕਿੰਡ ਗੱਲ ਕਰੀਏ, ਉੱਥੇ ਸਾਡੇ ਡੀਜੀਪੀ ਸਾਹਿਬ ਜੋ ਪੰਜਾਬ ਦੇ ਹੈਗੇ ਹੈ ਤੇ ਚੀਫ ਸੈਕਟਰੀ ਸਾਹਿਬ, ਉਹਨਾਂ ਨੂੰ ਵੀ ਉੱਥੇ ਏਅਰਪੋਰਟ ਤੇ ਪ੍ਰੈਜ਼ੈਂਟ ਹੋਣਾ ਚਾਹੀਦਾ ਤਾਂ ਰਿਸੀਵਿੰਗ ਲਈ। ਪਰ ਉਹ ਵੀ ਉਹ ਦੋਨੋਂ ਆਫੀਸਰਸ ਜੋ ਸਾਡੀ ਜਾਣਕਾਰੀ ਹੈ, ਜੋ ਮੀਡੀਆ ਦੇ ਥਰੂ ਸਾਨੂੰ ਪਤਾ ਲੱਗਿਆ, ਉਹ ਪ੍ਰੈਜ਼ੈਂਟ ਨਹੀਂ ਥੇ। ਸਿੰਪਲ ਇੱਕ ਬਾਦਲ ਸਾਹਿਬ ਉੱਥੇ ਪ੍ਰੈਜ਼ੈਂਟ ਥੇ, ਉਹਨਾਂ ਨੇ ਰਿਸੀਵ ਕੀਤਾ। ਚਲੋ ਰਿਸੀਵ ਕਰ ਲਿਆ। ਰਿਸੀਵ ਕਰਨ ਤੋਂ ਬਾਅਦ क्योंकि बारिश का मौसम था, बाय एयर आए थे बठिंडा तक, और ऑटोमैटिक पता होंदा इस चीज़ की गल कि अगर बारिश है तो कोई ना कोई चोपर जा सकता या नहीं जा सकता, क्योंकि 2-3 दिन तो बारिश कंटिन्यू लग रही थी। और चोपर दे विच मेरे अकॉर्डिंग एक प्राइम मिनिस्टर ਨੂੰ ਜਾਣੇ बारिश बहुत बड़ा रिस्क था। तो अल्टरनेटिव रूट्स ਜਿਹੜੇ ਹੁੰਦੇ ਪ੍ਰਾਈਮ ਮਿਨਿਸਟਰ ਦੀ ਸਿਕਿਉਰਿਟੀ ਦੇ ਵਿੱਚ ਆਲਵੇਜ਼ ਹੁੰਦੇ ਹੈ ਕਿ ਅਗਰ ਸਪੋਜ਼ ਕਰੋ ਕੋਈ 에ਅਰ ਦੇ ਵਿੱਚ ਕੋਈ ਚੋਪਰ 'ਚ ਕੋਈ ਡਿਫੈਕਟ ਆ ਜਾਵੇ ਤਾਂ ਬਾਈ ਰੋਡ ਆਪਾਂ ਉਹਨਾਂ ਨੂੰ ਉੱਥੋਂ ਲੈ ਕੇ ਜਾ ਸਕਦੇ ਆ। ਤਾਂ ਇਸ ਚੀਜ਼ ਦੀ ਜਾਣਕਾਰੀ ਜਿਹੜੀ ਜੀ ਐਸਜੀਪੀ ਗਰੁੱਪਸ ਹੈਗੇ ਜਿਹੜੇ ਉਹਨਾਂ ਨੂੰ ਉੱਥੋਂ ਉਹਨਾਂ ਦੀ ਸਿਕਿਉਰਿਟੀ ਨੂੰ ਦੇਖਦੇ ਆ, ਉਹਨਾਂ ਨੂੰ ਵੀ ਹੁੰਦੀ ਹੈ। ਔਰ ਸੈਕੰਡਲੀ ਜਿਹੜੀ ਸਟੇਟ ਗਵਰਨਮੈਂਟ ਹੁੰਦੀ ਹੈ ਉਹਨਾਂ ਦੀ ਪ੍ਰਾਇਮਰੀ ਡਿਊਟੀ ਬਣਦੀ ਹੈ ਕਿ ਸਾਡੀ ਸਟੇਟ ਦੇ ਵਿੱਚ ਪ੍ਰਾਈਮ ਮਿਨਿਸਟਰ ਸਾਹਿਬ ਆ ਰਹੇ ਆ ਤਾਂ ਅਸੀਂ ਉਹਨਾਂ ਨੂੰ ਉੱਥੇ ਰਿਸੀਵ ਕਰਕੇ ਉਹਨਾਂ ਦੀ ਪ੍ਰੋਟੈਕਸ਼ਨ ਕਰਨੀ ਹੈ। ਤੁਸੀਂ ਕੀ ਸੋਚਦੇ ਹੋ ਕਿ ਉਹਨਾਂ ਲੋਕਾਂ ਨੂੰ ਜਿਹੜੀਆਂ ਗੱਲਾਂ ਆਪਾਂ ਕਰਦੇ ਪਏ ਨਹੀਂ ਪਤਾ? ਨਹੀਂ, ਸਾਰਾ ਕੁਝ ਪਤਾ ਤਾਂ ਜੀ ਉਹਨਾਂ ਨੂੰ, ਸਾਰਾ ਕੁਝ। ਜਾਂ ਤਾਂ ਉਹ ਇੰਨੇ ਇੱਕ ਨਸ਼ੇ 'ਚ ਤਾਂ ਨਹੀਂ ਰਹਿੰਦੇ। ਦੇਖੋ ਸੀਐਮ ਨਸ਼ੇ 'ਚ ਬੰਦਾ ਭੁੱਲ ਜਾਂਦਾ ਵੀ ਮੈਂ ਕੀ ਕਰਨਾ। ਨਹੀਂ, ਐਕਚੁਅਲੀ ਸੀਐਮ ਅਸੀਂ ਚੰਨੀ ਸਾਹਿਬ ਨੂੰ ਸੀਐਮ ਬਣਾਇਆ ਦੇਖੋ ਇਸ ਸਟੇਟ ਨੇ। ਨੈਚੁਰਲੀ ਮੈਂ ਇਸ ਗੱਲ ਤੋਂ ਐਗਰੀ ਹੈ ਕਿ ਉਹਨਾਂ ਦੀ ਜਿਹੜੀ ਸਿਕਿਉਰਿਟੀ ਨਾਲ ਲੈਪਸ ਹੋਇਆ, ਚੂਕ ਹੋਈ ਹੈ ਉਹਨਾਂ ਦੀ ਸਿਕਿਉਰਿਟੀ ਦੇ ਵਿੱਚ, ਬਹੁਤ ਵੱਡਾ ਇੱਕ ਸਾਡਾ ਨਹੀਂ ਹੈ ਪੂਰੇ ਹਿੰਦੁਸਤਾਨ ਦੇ ਵਿੱਚ ਜਾਂ ਪੂਰੇ ਅਸੀਂ ਵਰਲਡ ਦੇ ਵਿੱਚ ਕਹਿ ਦਈਏ ਇੱਕ ਪੰਜਾਬ ਦੀ ਕਿਰਕਰੀ ਹੋਈ ਹੈ। ਸਾਡੀ ਜਿਹੜੀ ਅਸੀਂ ਸਿਟੀਜ਼ਨ ਹੈਗੇ ਪੰਜਾਬ ਦੇ, ਸਾਡੀ ਕਿਰਕਰੀ ਹੋਈ ਹੈ ਕਿ ਅਸੀਂ ਇੱਕ ਪ੍ਰਾਈਮ ਮਿਨਿਸਟਰ ਦਾ ਹੋਨਰ ਨਹੀਂ ਕਰ ਪਾਏ, ਉਹਨੂੰ ਸਿਕਿਉਰਿਟੀ ਨਹੀਂ ਦੇ ਪਾਏ। और उस प्राइम मिनिस्टर ਨੂੰ ਸਿਕਿਉਰਿਟੀ ਨਹੀਂ ਦੇ ਪਾਏ ਜਿਹੜੇ ਪ੍ਰਾਈਮ ਮਿਨਿਸਟਰ ਸਾਹਿਬ ਸਾਡੇ ਬਾਹਰ ਜਾ ਕੇ, ਜਿੱਥੇ ਖੁਦ ਬਾਹਰ ਦੀ ਕੰਟਰੀਜ਼ ਦੇ ਪ੍ਰੈਜ਼ੀਡੈਂਟਸ, ਜਿਹੜੇ ਯੂਐਸ ਦੇ ਪ੍ਰੈਜ਼ੀਡੈਂਟ ਕਹਿ ਲਓ, ਫਰਾਂਸ ਦੇ ਪ੍ਰੈਜ਼ੀਡੈਂਟ ਕਹਿ ਲਓ, ਅੱਛੀ ਕੰਟਰੀਜ਼ ਦੇ ਪ੍ਰੈਜ਼ੀਡੈਂਟ ਉਹਨਾਂ ਨੂੰ ਰਿਸੀਵ ਕਰਨ ਲਈ 에ਅਰਪੋਰਟ ਤੇ ਆਉਂਦੇ ਆ। ਜੇ ਅਸੀਂ ਅਰਬ ਕੰਟਰੀ ਦੀ ਗੱਲ ਕਰੀਏ, ਉੱਥੇ ਵੱਡੇ ਸ਼ੇਖ ਜਿਹੜੇ ਉਹਨਾਂ ਨੂੰ ਰਿਸੀਵ ਕਰਨ ਲਈ ਉੱਥੇ ਆਉਂਦੇ ਆ। ਇਹ ਇੱਕ ਮਾਣ ਹੈ, ਇਹ ਪ੍ਰਧਾਨ ਮੰਤਰੀ ਦਾ ਮਾਣ ਨਹੀਂ ਹੈ, ਇਹ ਸਾਡੇ ਹਿੰਦੁਸਤਾਨ ਦਾ ਮਾਣ ਹੈ, ਸਾਡੇ ਹਰੇਕ ਸਿਟੀਜ਼ਨ ਦਾ ਮਾਣ ਹੈ, ਕਿਉਂਕਿ ਉਹ ਸਾਨੂੰ ਉੱਥੇ ਜਾ ਕੇ ਰਿਪਰੈਜ਼ੈਂਟ ਕਰਦੇ ਆ ਕਿ ਸਾਨੂੰ 에ਅਰਪੋਰਟ ਤੇ ਆ ਕੇ ਰਿਸੀਵ ਕਰ ਰਹੇ ਆ ਬਾਹਰਲੇ ਮੁਲਕਾਂ ਵਿੱਚ ਸਾਡੇ ਪ੍ਰਧਾਨ ਮੰਤਰੀ ਨੂੰ। ਔਰ ਜੇ ਅਸੀਂ ਪੰਜਾਬ ਦੀ ਗੱਲ ਕਰੀਏ ਤਾਂ ਸਾਡੇ ਸੀਐਮ ਸਾਹਿਬ, ਸਾਡੇ ਆਫੀਸਰ ਸਾਹਿਬਾਨ, ਹਾਂ ਬਿਲਕੁਲ, ਉਹਨਾਂ ਨੂੰ ਰਿਸੀਵ ਕਰਨ ਨਹੀਂ ਗਏ। ਬਹੁਤ ਵੱਡਾ ਇਹ ਉਹਨਾਂ ਦੀ ਇੱਕ ਕਹਿ ਲਓ ਪੰਜਾਬੀਆਂ ਵੱਲੋਂ ਆਓ ਭਗਤ ਕਰਨ 'ਚ ਬਹੁਤ ਵੱਡਾ ਲੈਪਸ ਅਸੀਂ ਕਹਿੰਦੇ ਸਮਝਦਾ ਮੈਂ ਲੈਪਸ ਹੈ ਇਹ। ਨਹੀਂ, ਇੱਕ ਗੱਲ ਪੰਜਾਬੀ ਸ਼ਰਮਸਾਰ ਹੋਏ। ਚਲੋ ਇਹ ਅਸੀਂ ਇਹਨੂੰ ਆਪਣੇ ਲੈਵਲ ਤੇ ਸੂਰ ਸਾਹਿਬ ਇੱਕ ਮਿੰਟ ਜਿਹੜੀ ਅਸੀਂ ਗੱਲ ਆਪਸ ਦੇ ਵਿੱਚ ਕਰਦੇ ਪਏ ਹਾਂ ਉਹ ਅਸੀਂ ਸਿਰਫ ਸ਼ਾਇਦ ਗ੍ਰੈਵਿਟੀ ਸਿਚੁਏਸ਼ਨ ਦੀ ਉਸ ਵੇਲੇ ਤੱਕ ਨਹੀਂ ਸਮਝੇ ਸੀ ਕੋਈ ਵੀ
ਜਦ ਤੱਕ ਪ੍ਰਾਈਮ ਮਿਨਿਸਟਰ ਦੀ ਇੱਕ ਮੈਸੇਜ ਇੱਕ ਅਫਸਰ ਦੇ ਥਰੂ ਨਹੀਂ ਆਇਆ ਕਿ ਆਪਣੇ ਸੀਐਮ ਕੋ ਕਹਿਣਾ ਕਿ ਮੈਂ 에ਅਰਪੋਰਟ ਤੱਕ ਜਿੰਦਾ ਨਹੀਂ ਉਸ ਤੋਂ ਬਾਅਦ ਦਾ ਜਿਹੜਾ ਉਸ ਤੋਂ ਬਾਅਦ ਦਾ ਮੈਸੇਜ ਹੈ ਨਾ ਮਤਲਬ ਆਪਣੇ ਸੀਐਮ ਸਾਹਿਬ ਦਾ ਕਹਿ ਲਓ ਜਾਂ ਸਰਕਾਰ ਦਾ ਕਹਿ ਲਓ ਬਈ ਜਦੋਂ ਬਾਈ 에ਅਰ ਜਾਣਾ ਸੀਗਾ ਪ੍ਰਧਾਨ ਮੰਤਰੀ ਜੀ ਨੇ ਐਟ ਦੀ ਨਿਕ ਆਫ ਟਾਈਮ ਇੱਕਦਮ ਜਦੋਂ ਰੂਟ ਬਦਲ ਲਗੇ ਤਾਂ ਅਸੀਂ ਕੀ ਕਰ ਸਕਦੇ ਹਾਂ। ਇਹ ਤਾਂ ਬਹੁਤ ਹੀ ਇੱਕ ਮਤਲਬ ਜਿਹਨੂੰ ਕਹਿੰਦੇ ਨਾ ਵੀ ਇਰਰਿਸਪੌਂਸਿਬਲ ਜੀ ਸਟੇਟਮੈਂਟ ਹੈਗੀ ਆ ਸਰਕਾਰ ਵੱਲੋਂ। ਠੀਕ ਹੈ ਨਾ, ਕਹਿੰਦਾ ਮਤਲਬ ਗ੍ਰੈਵਿਟੀ ਦੀ ਆਫ ਦੀ ਸਿਚੁਏਸ਼ਨ ਦੇਖੋ। ਅਗਰ ਇੱਕ ਪ੍ਰਾਈਮ ਮਿਨਿਸਟਰ ਜਿਹੜਾ ਕਿ ਬਹੁਤ ਹੀ ਦਲੇਰ ਪ੍ਰਾਈਮ ਮਿਨਿਸਟਰ ਹੈ, ਉਹ ਇੱਕ ਗੱਲ ਕਹਿ ਰਿਹਾ ਕਿ ਚੀਫ ਮਿਨਿਸਟਰ ਨੂੰ ਥੈਂਕਸ ਕਰ ਦਿਓ ਕਿ ਮੈਂ ਜਿੰਦਾ ਪਹੁੰਚ ਗਿਆ, ਇਹਦਾ ਮਤਲਬ ਜੇ ਬਾਈ ਚਾਂਸ ਕੁਝ ਹੋ ਜਾਂਦਾ ਉਸ ਤੋਂ ਬਾਅਦ ਦੀ ਸਿਚੁਏਸ਼ਨ ਤੁਸੀਂ ਇਮੇਜਿਨ ਕਰ ਸਕਦੇ ਹੋ। ਬਾਅਦ ਦੇ ਜਿਹੜੇ ਰਿਐਕਸ਼ਨ ਹੈ ਬਹੁਤ ਅਨਫੋਰਚੂਨੇਟ ਹੈ। ਨਹੀਂ ਉਸ ਤੋਂ ਬਾਅਦ ਤੁਸੀਂ ਇਮੇਜਿਨ ਕਰੋ ਕੀ ਹੋ ਸਕਦਾ ਸੀ। ਦੇਖੋ ਪਤਾ ਕੀ ਡਾਕਟਰ ਸਾਹਿਬ, ਉੱਥੋਂ ਹੀ ਪਤਾ ਲੱਗਦਾ ਕਿ ਆਪਾਂ ਪ੍ਰਾਈਮ ਮਿਨਿਸਟਰ ਨੂੰ ਵੀ ਇੰਜ ਸਮਝਦੇ ਵੀ ਉਹ ਬੀਜੇਪੀ ਦਾ ਬੰਦਾ ਹੈ। ਇਸ ਤਰ੍ਹਾਂ ਨਹੀਂ ਹੈ। ਪ੍ਰਾਈਮ ਮਿਨਿਸਟਰ ਤਾਂ ਇਨ ਇਟਸੈਲਫ ਇੱਕ ਕਨਸਟੀਟਿਊਸ਼ਨਲ ਇੰਸਟੀਟਿਊਸ਼ਨ ਹੈ। ਉਹ ਪੂਰੇ ਦੇਸ਼ ਦਾ ਇੱਕ ਐਮਪੀ ਨਹੀਂ ਹੈ, ਇੱਕ ਐਮਐਲਏ ਨਹੀਂ ਹੈ, ਉਹ ਪ੍ਰਾਈਮ ਮਿਨਿਸਟਰ ਹੈ। ਜਿਨ੍ਹਾਂ ਨੇ ਉਹ ਸਾਰਿਆਂ ਦਾ ਹੈ। ਉਹ ਲਾਪਰਵਾਹੀ ਜਿਨ੍ਹਾਂ ਨੇ ਕੀਤੀ ਉਹ ਇੰਸਟੀਟਿਊਸ਼ਨ ਨਹੀਂ ਹੈ। ਠੀਕ ਹੈ ਨਾ, ਉਹ ਵੀ ਤਾਂ ਆਪਣੇ ਆਪ ਦੀ ਇੰਸਟੀਟਿਊਸ਼ਨ ਹੈ। ਠੀਕ, ਇਸ ਲਈ ਇਹ ਤਾਂ ਸੀਐਮ ਵੀ ਤਾਂ ਆਪਣੇ ਆਪ ਦੀ ਇੰਸਟੀਟਿਊਸ਼ਨ ਹੈ। ਦੇਖੋ ਐਕਟ ਕਰੀਏ ਕਿ ਉਹ ਤਾਂ ਇਸ ਤਰ੍ਹਾਂ ਇਹ ਬੜਾ ਮਤਲਬ ਦੇਖੋ ਕਿ ਜਿਹੜਾ ਹੋਣਾ ਨਹੀਂ ਚਾਹੀਦਾ ਸੀਐਮ ਇਹ ਮੈਂ ਸਮਝਦਾ ਵੀ ਇਹ ਪੋਲੀਟੀਕਲ ਦਾ ਨਦੀਰ ਹੈਗਾ ਬਈ ਜੋ ਆਪਾਂ ਇਸ ਤਰ੍ਹਾਂ ਸੋਚਦੇ ਪ੍ਰਾਈਮ। ਦੇਖੋ ਮੈਂ ਸੀਐਮ ਸਾਹਿਬ ਦੀ ਸਟੇਟਮੈਂਟ ਦੇਖੀ थी ਇਲੈਕਟ੍ਰੋਨਿਕਸ ਮੀਡੀਆ ਦੇ ਵਿੱਚ, ਜਿਹੜਾ ਉਹ ਕਹਿ ਰਹੇ थे कि प्रधानमंत्री साहब ਦਾ ਤਾਂ ਚੋਪਰ ਦਾ ਪਲਾਨ था कि ਉਹਨਾਂ ਨੇ ਚੋਪਰ 'ਚ ਜਾਣਾ था, ਅਸੀਂ ਉਸ ਅਕੋਰਡਿੰਗ ਉਹਨਾਂ ਦੀ ਸਾਰੀ ਸਿਕਿਉਰਿਟੀ ਦਾ ਅਰੇਂਜ ਕੀਤਾ ਹੋਇਆ था। ਅਲਟਰਨੇਟਿਵ ਰੂਟਸ ਹਮੇਸ਼ਾ ਹੁੰਦਾ ਹੈ ਜੋ ਉਹਨਾਂ ਦੀ ਸਿਕਿਉਰਿਟੀ ਹੈ। ਹੁਣ ਚੋਪਰ ਦੀ ਗੱਲ ਕਰੀਏ, ਦੇਖੋ ਰੇਨੀ ਸੀਜ਼ਨ था, ਰੈਲੀ ਦੇ ਵਿੱਚ ਬਾਰਿਸ਼ ਚੱਲ ਰਹੀ थी, ਇੱਕ ਦਿਨ ਪਹਿਲੇ 2 ਦਿਨ ਤੋਂ ਪਹਿਲੇ ਬਾਰਿਸ਼ थी। ਸੈਕਿੰਡ ਸੈਕਿੰਡ ਗੱਲ ਮੈਂ ਉਹੀ ਤੁਹਾਨੂੰ ਦੱਸਣ ਲੱਗਾ ਕਿ ਚੋਪਰ ਦੀ ਕਿਆ ਹੁੰਦੀ ਹੈ, ਕਿਉਂਕਿ ਸਾਡੇ ਵਿਪਨ ਰਾਵਤ ਜੀ ਜਿਹੜੇ ਸੀਡੀਐਸ ਥੇ, ਚੀਫ ਆਫ ਆਰਮੀ ਸਟਾਫ ਥੇ, ਉਹਨਾਂ ਦਾ ਰੀਸੈਂਟਲੀ ਅਸੀਂ ਉਹਨਾਂ ਨੂੰ ਖੋਇਆ। ਬਹੁਤ ਇੱਕ ਅੱਛੇ ਯੋਧਾ ਨੂੰ ਜਿਹਨੇ ਪਾਕਿਸਤਾਨ ਨੂੰ ਵੀ ਜਵਾਬ ਦਿੱਤਾ, ਚਾਈਨਾ ਨੂੰ ਵੀ ਜਵਾਬ ਦਿੱਤਾ ਔਰ ਸਾਡੇ ਦੇਸ਼ ਦਾ ਮਾਣ ਵਧਾਇਆ। ਉਹਨਾਂ ਦੀ ਜਿਹੜੀ ਡੈਥ ਹੋਈ ਹੈ ਚੋਪਰ ਕਲੈਸ਼ 'ਚ ਹੀ ਹੋਈ ਹੈ, ਕਿਉਂਕਿ ਮੌਸਮ ਜੋ ਇਨਵੈਸਟੀਗੇਸ਼ਨ ਦੇ ਵਿੱਚ ਆਇਆ ਕਿ ਮੌਸਮ ਠੀਕ ਨਹੀਂ था, ਜਿਹਦੇ ਕਰਕੇ ਉਹਨਾਂ ਦੀ ਉੱਥੇ ਜਿਹੜਾ ਚੋਪਰ ਕ੍ਰੈਸ਼ ਹੋ ਗਿਆ। ਹੁਣ ਇਹ ਸਾਡੇ ਸੀਐਮ ਸਾਹਿਬ ਇਹ ਕਹਿਣਾ ਚਾਹੁੰਦੇ ਜਾਂ ਇਹ ਦੱਸਣਾ ਚਾਹੁੰਦੇ ਨੇ ਕਿ ਇਸ ਤਰ੍ਹਾਂ ਦਾ ਕੁਝ ਇਨਸੀਡੈਂਟ ਹੁੰਦਾ ਕਿ ਸਾਡਾ ਤਾਂ ਜੀ ਚੋਪਰ ਦੇ ਥਰੂ ਉਹਨਾਂ ਦਾ ਪਲਾਨ था। 2 ਦਿਨ ਤੋਂ ਪੈ ਰਿਹਾ ਸੀ, 2 ਦਿਨ ਤੋਂ ਪੈ ਰਿਹਾ ਤਾਂ ਸਭ ਕੁਝ ਪਤਾ था ਉਹਨਾਂ ਨੂੰ ਇਸ ਚੀਜ਼ ਬਾਰੇ ਕਿ ਉਹਨਾਂ ਨੂੰ ਅਲਟਰਨੇਟਿਵ ਸਿਕਿਉਰਿਟੀ ਅਰੇਂਜਮੈਂਟ ਕਰਨੇ ਚਾਹੀਦੇ थे ਬਾਈ ਰੋਡਸ ਵੀ। ਅਗਰ ਪ੍ਰਾਈਮ ਮਿਨਿਸਟਰ ਕਿਤੇ ਆ ਰਿਹਾ, ਔਰ ਦੂਜੀ ਗੱਲ ਉਹ ਕਿਉਂ ਆ ਰਹੇ ਜੀ, ਉਹ ਪੰਜਾਬ ਦੇ ਵਿੱਚ ਇੱਕ ਬਹੁਤ ਵੱਡਾ ਪੈਕੇਜ ਦੇਣ ਲਈ ਆ ਰਹੇ। 42,000 ਕਰੋੜ ਤੋਂ ਵੱਧ ਦਾ ਪੈਕੇਜ ਜਿਹੜਾ ਪੰਜਾਬ ਨੂੰ ਮਿਲਣਾ था, ਪ੍ਰਾਈਮ ਮਿਨਿਸਟਰ ਸਾਹਿਬ ਨੇ ਦੇਣਾ था, ਉਹਦੇ ਲਈ ਤਾਂ ਸੀਐਮ ਸਾਹਿਬ ਨੂੰ ਪਹਿਲੇ ਜਾਣਾ ਚਾਹੀਦਾ था ਕਿ ਇਹ ਮੇਰਾ ਕੰਮ ਨਹੀਂ ਹੈ, ਪੰਜਾਬੀਆਂ ਦਾ ਕੰਮ ਹੈਗਾ। ਮੇਰੇ ਪੰਜਾਬ ਦੇ ਵਿੱਚ ਡਿਵੈਲਪਮੈਂਟ ਹੋਣੀ, ਮੇਰੇ ਪੰਜਾਬ ਦੇ ਵਿੱਚ ਪੰਜਾਬੀਆਂ ਨੂੰ ਰੋਜ਼ਗਾਰ ਮਿਲਣਾ। ਜਿਹੜੇ ਬੱਚੇ ਸਾਡੇ ਅੱਜ ਬਾਹਰ ਦੇ ਮੁਲਕਾਂ 'ਚ ਜਾ ਰਹੇ, ਰੋਜ਼ਗਾਰ ਨਹੀਂ ਹੈ ਪੰਜਾਬ 'ਚ, ਉਹਨਾਂ ਲਈ ਇਨਵੈਸਟਮੈਂਟ ਸੀ। ਪਰ ਇਹ ਉਹਨਾਂ ਨੇ ਵੀ ਇਸ ਚੀਜ਼ ਨੂੰ ਨਜ਼ਰਅੰਦਾਜ਼ ਕਰਕੇ ਬਹੁਤ ਵੱਡਾ ਜਿਹੜਾ ਹੈਗਾ ਹੁਣ ਨਹੀਂ ਮੈਂ ਐਮਪਲੋਇਮੈਂਟ ਦੇਖੋ ਇਹਦੇ ਵਿੱਚ ਜਿਹੜੀਆਂ ਥਿਊਰੀਆਂ ਬਹੁਤ ਬਣਦੀਆਂ। ਇੱਕ ਥਿਊਰੀ ਤੁਸੀਂ ਦੇਖੋ ਵੀ ਉਸ ਜਗ੍ਹਾ ਦੇ ਉੱਤੇ ਬਹੁਤ ਸਾਰੀਆਂ ਛੋਟੀਆਂ ਆਰਗੇਨਾਈਜੇਸ਼ਨਸ ਜਿਹੜੀਆਂ ਆਪਣੇ ਆਪ ਨੂੰ ਕਿਸਾਨਾਂ ਦੇ ਹਿੱਤਕਰ ਸਮਝਦੇ ਨੇ ਔਰ ਕਿਸਾਨਾਂ ਦੇ ਰੂਪ ਦੇ ਵਿੱਚ ਉੱਥੇ ਬੈਠੇ ਹੋਏ ਸੀ, ਮੌਜੂਦ ਸੀਆਂ। ਉਹਨਾਂ ਨੇ ਕਿਸੇ ਜਗ੍ਹਾ ਦੇ ਉੱਤੋਂ ਜਿਹੜੀ ਕਿ ਬੜੀ ਪਵਿੱਤਰ ਜਗ੍ਹਾ ਗਿਣੀ ਜਾਂਦੀ ਹੈ, ਅਨਾਉਂਸਮੈਂਟ ਕਰਾਈ ਕਿ ਪ੍ਰਾਈਮ ਮਿਨਿਸਟਰ ਆਉਣ ਵਾਲੇ ਆ। ਇਹ ਵੀ ਇੱਕ ਮੀਡੀਆ ਦੇ ਵਿੱਚ ਨਿਊਜ਼ ਚੱਲ ਰਹੀ ਹੈ ਕਿ ਉੱਥੋਂ, ਔਰ ਬਲਕਿ ਇੱਕ ਬੰਦੇ ਦੀ ਸਟੇਟਮੈਂਟ ਵੀ ਹੈ ਜਿਹੜਾ ਆਪਣੇ ਆਪ ਨੂੰ ਕਿਸਾਨ ਨੇਤਾ ਕਹਿੰਦਾ ਕਿ ਅਸੀਂ ਸਾਰੇ ਲੋਕ ਜਦੋਂ ਉੱਥੇ ਇਕੱਠੇ ਹੋਏ ਉਸ ਤੋਂ ਪਹਿਲੇ ਅਸੀਂ ਅਨਾਉਂਸਮੈਂਟ ਕਰਕੇ ਇਕੱਠੇ ਕੀਤੇ। ਇਹਦਾ ਮਤਲਬ ਇਹ ਹੈ ਕਿ ਉਹਨਾਂ ਨੂੰ ਲੀਕ ਕੀਤਾ ਗਿਆ ਕਿਸੇ ਨੇ। ਉਹ ਲੀਕ ਕਿਹਨੇ ਕੀਤਾ? ਔਰ ਪੁਲਿਸ ਵਾਲੇ ਉਹਨਾਂ ਦੇ ਨਾਲ ਗੱਪਾਂ ਛੱਪਾਂ ਮਾਰ ਰਹੇ, ਚਾਹ ਪੀ ਰਹੇ। ਮੈਂ ਤਾਂ ਕਹਿੰਦਾ ਇਹਨਾਂ ਨੇ ਪੁਲਿਸ ਵਾਲਿਆਂ ਨੂੰ ਜਾਂ ਤਾਂ ਗੋਲਡ ਮੈਡਲ ਦੇ ਦਿਓ, ਜਾਂ ਇਹਨਾਂ ਨੂੰ ਰਾਸ਼ਟਰਪਤੀ ਮੈਡਲ ਦੇ ਦਿਓ, ਜਾਂ ਇਹਨਾਂ ਨੂੰ ਚੰਨੀ ਸਾਹਿਬ ਦੀ ਸਿਕਿਉਰਿਟੀ ਚਲਾ ਦਿਓ, ਨਹੀਂ ਪਤਾ ਕੀ ਤਾਂ ਕਿ ਚੰਨੀ ਸਾਹਿਬ ਨੂੰ ਵੀ ਪਤਾ ਲੱਗੇ ਕਿ ਇਹੋ ਜਿਹੇ ਪੁਲਿਸ ਵਾਲੇ ਨਾਲ ਕਿੱਦਾਂ। ਡਾਕਟਰ ਸਾਹਿਬ ਇਹ ਡਾਊਟਫੁਲ ਚੀਜ਼ਾਂ ਤਾਂ ਸਾਰੀਆਂ ਕ੍ਰੀਏਟ ਹੋ ਰਹੀਆਂ ਕਿ ਇੱਕ ਆਪਣੀ ਜਿਹੜੀ ਨੈਸ਼ਨਲ ਓਪੋਜੀਸ਼ਨ ਪਾਰਟੀ ਹੈ ਉਹਦੇ ਵੀ ਇੱਕ ਸਪੋਕਸਮੈਨ ਨੇ ਕਿਹਾ ਵੀ ਇਹ ਸਿਰਫ 15-20 ਮਿੰਟ ਦਾ ਰੁਕਿਆ ਹੈ, ਇਹਦੇ 'ਚ ਕਿਆ ਜਾਨ ਨੂੰ ਖਤਰਾ ਹੋ ਗਿਆ। ਮਤਲਬ 15 ਮੈਂ ਕਹਿੰਦਾ ਇੱਕ ਕੁਝ ਸੈਕਿੰਡ ਵੀ ਨਹੀਂ ਰੁਕਣਾ ਵੀ ਨਹੀਂ ਗੱਲ ਨਹੀਂ ਹੈ। ਗੱਲ ਇੱਥੋਂ ਤਾਂ ਇਹ ਸਾਰੇ ਡਾਊਟ ਤਾਂ ਹੀ ਹੋ ਰਹੇ ਨਾ। ਉਹ ਤੋਂ ਵੱਡਾ ਇੱਕ ਇਸ਼ੂ ਮੈਂ ਇਸ ਤਰ੍ਹਾਂ ਦੀਆਂ ਆਉਣ ਲੱਗੀਆਂ ਨਾ। ਸੋਚਾ ਵੀ ਇੱਕ ਮੈਂ ਗੱਲ ਹੋਰ ਇਸ਼ੂ ਬਚਕਾਨੀ ਹੈ ਸਟੇਟਮੈਂਟ। ਨਹੀਂ ਤੁਸੀਂ ਆਪਸ ਦੇ ਵਿੱਚ ਬੜੇ ਸੀਰੀਅਸ ਸਮਝਦੇ ਹਾਂ ਵੀ ਇਹ ਇਸ਼ੂ ਸੀਰੀਅਸ ਸੀਗਾ, ਲੇਕਿਨ ਇਹੋ ਜਿਹੇ ਵੀ ਮੈਂ ਉਹਨਾਂ ਨੂੰ ਇਨਸਾਨ ਕੀ ਕਹਾਂ ਕਿ ਜਿਹੜੇ ਲੋਕ ਖੁਸ਼ ਨੇ ਕਿ ਮੋਦੀ ਵਾਪਸ ਚਲਾ ਗਿਆ। ਉਹਨਾਂ ਦੀ ਭਾਸ਼ਾ ਅਗਰ ਦੇਖੋ, ਮੈਂ ਸੋਚਦਾ ਕਿ ਉਹਨਾਂ ਦੇ ਬੱਚੇ ਆਪਣੇ ਉਹਨਾਂ ਨੂੰ ਮਾਂ-ਬਾਪ ਕਿੱਦਾਂ ਕਹਿੰਦੇ ਹੋਣਗੇ
ਜਿਹੜੇ ਬੱਚੇ ਆਪਣੇ ਪ੍ਰਾਈਮ ਮਿਨਿਸਟਰ ਦੇ ਸਾਹਮਣੇ ਇਹੋ ਜਿਹੀ ਗੱਲ ਹੁਣ ਤੁਸੀਂ ਘਰ ਦੇ ਵਿੱਚ ਬਹਿ ਕੇ ਇੱਕ ਆਪਣੇ ਪਿਤਾ ਨੂੰ ਗਾਲਾਂ ਕੱਢਣੀਆਂ ਕੱਢ ਸਕਦੇ ਹੋ, ਜਾਂ ਆਪਣੇ ਬਜ਼ੁਰਗ ਨੂੰ ਗਾਲਾਂ ਕੱਢ ਸਕਦੇ ਹੋ, ਉਹਦੇ ਟੀਚਰ ਨੂੰ ਗਾਲਾਂ ਕੱਢ ਸਕਦੇ ਹੋ। ਸਟੇਟਮੈਂਟ ਦਿੱਤੀ ਹੈ ਕਿ ਪ੍ਰਾਈਮ ਮਿਨਿਸਟਰ ਚਲੇ ਗਿਆ, ਬਹੁਤ ਖੁਸ਼ ਹੈ ਉਹ। ਦੇਖੋ ਮੈਂ ਕਹਿੰਦਾ ਕਿ ਪੰਜਾਬ ਦੇ ਹਿਤੈਸ਼ੀ ਨਹੀਂ ਹੈ, ਉਹ ਪੰਜਾਬ ਦੇ ਦੋਸ਼ੀ ਹੈਗੇ, ਕਿਉਂਕਿ ਪ੍ਰਾਈਮ ਮਿਨਿਸਟਰ ਸਾਹਿਬ ਨੇ ਪੰਜਾਬ ਜਾ ਕੇ ਬਹੁਤ ਵੱਡੇ ਪੈਕੇਜ ਦੀ ਐਲਾਨ ਕਰਨਾ ਥਾ, ਜਿਹਦੇ ਵਿੱਚ ਸਾਨੂੰ ਇੰਪਲੋਇਮੈਂਟ ਜਨਰੇਸ਼ਨ ਹੋਣੀ ਥੀ। ਔਰ ਉਹ ਲੋਕ ਹੈਗੇ ਜਿਹੜੇ ਚਾਹੁੰਦੇ ਨਹੀਂ ਕਿ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਹੋਵੇ, ਜੇ ਇੰਪਲੋਇਮੈਂਟ ਆਵੇ। ਇਹ ਉਹ ਲੋਕ ਹੈ ਜਿਹੜੇ ਇਸ ਤਰ੍ਹਾਂ ਦੀ ਸਟੇਟਮੈਂਟ ਕਰਕੇ ਸਾਡੇ ਪ੍ਰਧਾਨ ਮੰਤਰੀ ਦਾ ਕਹਿ ਲਾ ਹਾਸਾ ਕਰ ਰਹੇ ਕਿ ਕਹਿ ਰਹੇ ਕਿ ਉੱਥੇ ਦੇਖੋ ਇੱਕ ਰੈਲੀ 'ਚ ਬੰਦੇ ਨਹੀਂ ਆਏ ਥੇ, ਜਿਹਦੇ ਕਰਕੇ ਉਹਨਾਂ ਨੂੰ ਵਾਪਸ ਜਾਣਾ ਪਿਆ। ਬਿਲਕੁਲ ਗਲਤ ਹੈਗਾ। ਮੈਂ ਕਹਿੰਦਾ ਚਲੋ ਨਹੀਂ ਆਏ ਸੀ, ਉਹਦੇ ਨਾਲ ਤੁਸੀਂ ਕੀ ਲੈਣਾ ਦੇਣਾ? ਬਿਲਕੁਲ ਬਿਲਕੁਲ ਠੀਕ ਹੈ ਕਿ ਨਹੀਂ? ਇਹ ਤਾਂ ਇਸ਼ੂ ਹੀ ਨਹੀਂ ਹੈਗਾ, ਇਹਦਾ ਨਹੀਂ, ਉਹ ਇਸ਼ੂ ਨਹੀਂ ਹੈ। ਇਸ਼ੂ ਤਾਂ ਹੈ ਵੀ ਤੁਸੀਂ ਕੀ ਕੀਤਾ। ਔਰ ਉਸ ਤੋਂ ਬਾਅਦ ਉਹ ਬੰਦਿਆਂ ਦੀ ਨਲਾਇਕੀ ਬੇਸ਼ਰਮੀ ਹੈ ਜਿਹੜੇ ਬੰਦੇ ਬੜੇ ਖੁਸ਼ ਆ ਸੀ ਭਜਾਤਾ। ਦੇਖੋ ਡਾਕਟਰ ਸਾਹਿਬ, ਫਿਰ ਇੱਕ ਪਾਸੇ ਕਹਿੰਦੇ ਨੇ ਸਾਡਾ ਕੋਈ ਪਲਾਨ ਨਹੀਂ ਸੀ। ਸਰ ਇਹ ਇਸ਼ੂ ਉੱਥੇ ਬੰਦੇ ਹੈ ਕਿ ਨਹੀਂ ਹੈ, ਜ਼ਿਆਦਾ ਇਹ ਤਾਂ ਇਸ਼ੂ ਹੈ ਹੀ ਨਹੀਂ। ਇਸ਼ੂ ਤਾਂ ਸਿਕਿਉਰਿਟੀ ਹੈ ਵੀ ਉੱਥੇ ਰੁਕਣਾ ਕਿਉਂ ਪਿਆ ਕਾਫਲੇ ਨੂੰ? ਸਟੇਟਮੈਂਟਸ ਵੀ ਆ ਰਹੀਆਂ ਪੋਲੀਟੀਕਲ ਬੰਦਿਆਂ ਦੀਆਂ, ਜਿਹੜਾ ਕਹਿ ਰਹੇ ਕਿ ਜੀ ਉੱਥੇ ਰੈਲੀ ਦੇ ਵਿੱਚ ਬੰਦੇ ਨਹੀਂ ਥੇ, ਪਬਲਿਕ ਨਹੀਂ, ਜਿਹਦੇ ਕਰਕੇ ਪ੍ਰਾਈਮ ਮਿਨਿਸਟਰ ਸਾਹਿਬ ਨੂੰ ਵਾਪਸ ਜਾਣਾ ਪੈ ਗਿਆ। ਇਹ ਵੀ ਫਿਰ ਤਾਂ ਜਿਹੜੇ ਬੰਦੇ ਉਹਨਾਂ ਨੂੰ ਚੁੱਕ ਕੇ ਲੈ ਜਾਣਾ ਚਾਹੀਦਾ ਸੀ, ਆਪ ਜਾ ਕੇ ਦਿਖਾਣਾ ਚਾਹੀਦਾ ਸੀ। ਇਸ ਤਰ੍ਹਾਂ ਦੀ ਸਟੇਟਮੈਂਟਸ ਵੀ ਆ ਗਈਆਂ, ਜਿਹੜੀ ਮਾੜੀ ਗੱਲ ਹੈਗੀ ਹੈ। ਦੇਖੋ ਅਸੀਂ ਤਾਂ ਪਾਰਟ ਸੀਗੇ, ਅਸੀਂ ਤਾਂ ਖੁਦ ਗਏ, ਸਾਡੇ ਨਾਲ 5 ਬੱਸਾਂ ਨੰਗਲ ਤੋਂ ਗਈਆਂ, 5 ਭੜੁਪਲੀ ਮੰਡਲ ਤੋਂ ਗਈਆਂ, 5 ਆਨੰਦਪੁਰ ਤੋਂ ਗਈਆਂ। ਜੇ ਇੱਕ ਜਗ੍ਹਾ ਦੇ ਉੱਤੋਂ 3000 ਬੱਸਾਂ ਦੀ ਤਾਂ ਮੇਰੇ ਕੋਲ ਰਿਕਾਰਡ ਹੈ ਵੀ ਜਿਹੜੀਆਂ 3000 ਬੱਸਾਂ ਭਰ ਕੇ ਗਈਆਂ। ਠੀਕ ਹੈ ਨਾ ਜੀ? ਉਸ ਤੋਂ ਬਾਅਦ ਤੁਸੀਂ ਕੁਰਸੀਆਂ ਖਾਲੀ ਗਿਣਨੀਆਂ ਜਦੋਂ ਮਰਜ਼ੀ ਗਿਣ ਲਓ। ਠੀਕ ਹੈ ਨਾ? ਤੁਸੀਂ ਕਾਰਜਕਰਤਾ ਚੱਲੇ ਹੈ, ਤੁਸੀਂ ਉਹਨਾਂ ਨੂੰ ਪਹੁੰਚਣ ਨਹੀਂ ਦਿਓਗੇ, ਬਾਰਿਸ਼ ਆ ਗਈ, ਚਲੋ ਉਹ ਤਾਂ ਰੱਬ ਦਾ ਗੱਲ, ਲੇਕਿਨ ਉਹਦਾ ਸਿਕਿਉਰਿਟੀ ਨਾਲ ਕੀ ਲਿੰਕ ਹੈ? ਠੀਕ ਹੈ ਗੱਲ, ਸਿਕਿਉਰਿਟੀ ਪ੍ਰਾਈਮ ਸਿਕਿਉਰਿਟੀ ਹੈਗੀ। ਦੇਖੋ ਉਹਨਾਂ ਦਾ ਮੇਨ ਕੋਈ ਇਹ ਡਿਸਕਸ ਦਾ ਮਤਲਬ ਇਸ਼ੂ ਹੀ ਨਹੀਂ ਹੈ। ਉਹ ਤਾਂ ਇਸ਼ੂ ਹੈ ਕਿ ਉੱਥੇ ਕਾਫਲਾ ਰੁਕਿਆ ਕਿਉਂ, ਬਸ ਰੁਕਣਾ ਹੀ ਨਹੀਂ ਚਾਹੀਦਾ। ਬਸ ਜਿਹੜੀ ਸਿਕਿਉਰਿਟੀ ਲੀਕ ਹੋਈ ਹੈ ਕਿ ਪ੍ਰਾਈਮ ਮਿਨਿਸਟਰ ਸਾਹਿਬ ਸਾਡੇ ਕਿਹੜੇ ਰੂਟ ਤੋਂ ਜਾ ਰਹੇ, ਇਹ ਗਵਰਨਮੈਂਟ ਦੀ ਜ਼ਿੰਮੇਵਾਰੀ ਬਣਦੀ ਹੈ। ਗਵਰਨਮੈਂਟ ਨੂੰ ਪਤਾ ਹੁੰਦਾ ਜਾਂ ਉਹਨਾਂ ਦੇ ਐਸਜੀਪੀ ਜਿਹੜੇ ਉਹਨਾਂ ਦੀ ਸਪੈਸ਼ਲ ਫੋਰਸਿਸ ਹੈਗੀ ਉਹਨਾਂ ਨੂੰ ਪਤਾ ਹੁੰਦਾ। ਇੱਥੋਂ ਪਤਾ ਲੱਗਦਾ ਕਿ ਗਵਰਨਮੈਂਟ ਨੇ ਉਹਨਾਂ ਦੀ ਜਿਹੜੀ ਸਿਕਿਉਰਿਟੀ ਲੀਕ ਕੀਤੀ ਹੈ, ਉਹਨਾਂ ਦਾ ਰੂਟ ਲੀਕ ਕੀਤਾ, ਜਿਹਦੇ ਕਰਕੇ ਕਿਸਾਨ ਹੈ ਜਾਂ ਕੋਈ ਹੋਰ ਬੰਦੇ ਥੇ ਜਿਹੜੇ ਹਜੇ ਇਨਵੈਸਟੀਗੇਸ਼ਨ ਦਾ ਪਾਰਟ ਹੈ, ਕੌਣ ਥੇ ਕੌਣ ਨਹੀਂ ਥੇ, ਉਹ ਉੱਥੇ ਆਏ। ਔਰ ਉਹਨਾਂ ਦੇ ਆਉਣ ਕਾਰਨ ਪ੍ਰਾਈਮ ਮਿਨਿਸਟਰ ਬਿਲਕੁਲ ਨੀਅਰ ਤੇ ਸਭ ਤੋਂ ਵੱਡੀ ਗੱਲ ਇਹ ਇੰਟਰਨੈਸ਼ਨਲ ਬਾਰਡਰ ਪੰਜਾਬ ਦੇ ਵਿੱਚ ਲੱਗ ਰਿਹਾ ਹੈ, ਕਿਉਂਕਿ ਸਾਡੀ ਜਿਹੜੀ ਸੀਮਾ ਹੈ ਤਕਰੀਬਨ ਸਾਡੀ ਜਿਹੜੀ ਸੀਮਾ ਪੰਜਾਬ ਦੀ ਇੰਟਰਨੈਸ਼ਨਲ ਬਾਰਡਰ ਨਾਲ ਤਕਰੀਬਨ 550 ਕਿਲੋਮੀਟਰ ਇੰਟਰਨੈਸ਼ਨਲ ਬਾਰਡਰ ਪੰਜਾਬ ਨਾਲ ਟੱਚ ਕਰਦਾ ਹੈ। ਔਰ ਜਿਹੜਾ ਫਿਰੋਜ਼ਪੁਰ ਏਰੀਆ ਹੈ ਉਹ ਪਾਕਿਸਤਾਨ ਦਾ ਨਾਰਥ ਪਾਰਟ ਜਿਹੜਾ ਹੈਗਾ, ਉਹਨਾਂ ਨਾਰਥ ਦਾ ਹਿੱਸਾ ਹੈ, ਉਹ ਫਿਰੋਜ਼ਪੁਰ ਨਾਲ ਬਿਲਕੁਲ ਲਿੰਕ ਕਰਦਾ ਹੈ। ਔਰ ਕੁਝ ਡਿਸਟੈਂਸ ਤੇ ਹੀ ਇੰਟਰਨੈਸ਼ਨਲ ਬਾਰਡਰ ਥਾ। ਸਿਕਿਉਰਿਟੀ ਦੀ ਗੱਲ ਉੱਥੇ ਆਉਂਦੀ ਹੈ ਜ਼ਿਆਦਾ ਆ ਰਹੀ ਕਿ ਇੰਟਰਨੈਸ਼ਨਲ ਬਾਰਡਰ ਦੇ ਬਿਲਕੁਲ ਨਾਲ ਸਾਡੇ ਪ੍ਰਾਈਮ ਮਿਨਿਸਟਰ ਖੜੇ ਹੋਏ ਔਰ ਉਹਨਾਂ ਨੂੰ ਪੰਜਾਬ ਸਰਕਾਰ ਇੱਕ ਸਿਕਿਉਰਿਟੀ ਨਹੀਂ ਪ੍ਰੋਵਾਈਡ ਕਰ ਸਕਦੀ। ਉਹ ਇਸ ਚੀਜ਼ ਦਾ ਜਿਹੜੇ ਟੈਰਰਿਸਟ ਹੈਗੇ ਜਾਂ ਕੁਝ ਹੋਰ ਜਥੇਬੰਦੀਆਂ ਹੈਗੀਆਂ ਉਹ ਗਲਤ ਇਹਦਾ ਮਿਸਯੂਜ਼ ਕਰ ਸਕਦੇ ਤੇ ਜਿਹਦਾ ਰਿਜ਼ਲਟ ਕੁਝ ਹੋਰ ਆ ਸਕਦਾ ਤਾਂ ਇਸੇ ਕਰਕੇ ਆਪਾਂ ਕਹਿੰਦੇ ਆ ਵੀ ਜਥੇਬੰਦੀਆਂ ਨਾ ਕਰਨ, ਉਹਨਾਂ 'ਚ ਕੋਈ ਗਲਤ ਅਨਸਰ ਨਹੀਂ। ਤੁਸੀਂ ਦੇਖੋ ਨਾ ਜੀ, ਉਹ ਬੰਦੇ ਕਿਸਾਨ ਹੀ ਹੋਣ ਬਟ ਉਹਨਾਂ 'ਚ ਕੋਈ ਗਲਤ ਅਨਸਰ ਹੋ ਸਕਦਾ ਹੈ ਨਾ। ਕਿਸਾਨਾਂ ਦਾ ਰੂਪ ਬਣਾ ਕੇ ਕੋਈ ਵੀ ਆ ਸਕਦਾ। ਕਿਸਾਨਾਂ ਦਾ ਮੁੱਦਾ ਥਾ ਜਿਹੜਾ 3 ਉਹਨਾਂ ਦਾ ਖੇਤੀ ਕਾਨੂੰਨ ਥੇ। ਖੇਤੀ ਕਾਨੂੰਨ ਪ੍ਰਾਈਮ ਮਿਨਿਸਟਰ ਸਾਹਿਬ ਨੇ ਆਪ ਮਾਫੀ ਮੰਗ ਕੇ ਉਹ ਵਿਡਰਾ ਕਰ ਲਿਆ ਕਿ ਠੀਕ ਹੈ ਜੀ ਆਪਾਂ ਵਿਡਰਾ ਕਰ ਲਏ। ਅਨੁਜ ਜੀ ਗੱਲ ਇਹ ਹੈ ਵੀ ਨਹੀਂ ਪਸੰਦ ਹੈ ਇਸ ਇਨਸੀਡੈਂਟ ਤੋਂ ਸਿੱਧ ਹੁੰਦਾ ਕਿ ਖੇਤੀ ਕਾਨੂੰਨ ਕੋਈ ਮੁੱਦਾ ਨਹੀਂ ਸੀ। ਇਹਦਾ ਮੁੱਦਾ ਇਹ ਥਾ ਕਿ ਮੋਦੀ ਨੂੰ ਹਟਾਉਣਾ। ਹਾਂ, ਮੋਦੀ ਜੀ ਨੂੰ ਦੇਖੋ ਅਨੁਜ ਜੀ, ਇਹ ਤਾਂ ਸਾਡੀ ਪੰਜਾਬੀਅਤ ਹੈ ਹੀ ਨਹੀਂ ਕਿ ਅਸੀਂ ਆਪਣੇ ਦੇਸ਼ ਦੇ ਪ੍ਰਾਈਮ ਮਿਨਿਸਟਰ ਨੂੰ ਇਸ ਤਰ੍ਹਾਂ ਰੋਕੀਏ। ਭਾਈ ਇਸ ਲਈ ਆਪਾਂ ਤਾਂ ਸ਼ਰਮਸਾਰ ਹੀ ਸਾਡਾ ਪੰਜਾਬ ਹੋਇਆ। ਪੰਜਾਬ ਦੇ ਕਿਸਾਨ ਨੂੰ ਕਿਸਾਨ ਜਿਹੜਾ ਕਿ ਬਹੁਤ ਹੀ ਮੰਦਭਾਗਾ ਚੀਜ਼ ਹੈਗੀ ਆ। ਹਿੰਦੁਸਤਾਨ ਦੇ ਹਰੇਕ ਕੋਨੇ ਤੇ ਜਾ ਕੇ ਅੰਨ ਪਜਾਇਆ ਉਹ ਸਾਡੇ ਕਿਸਾਨ ਹੈਗੇ। ਪਰ ਮੈਂ ਸਮਝਦਾ ਕਿਸਾਨਾਂ ਦਾ ਕੰਮ ਨਹੀਂ, ਇਹਦੇ ਵਿੱਚ ਕੋਈ ਗਲਤ ਆਨਸਰ ਜਿਹੜੇ ਹੈ। ਦੇਖੋ ਗੱਲ ਚ ਆਪਾਂ ਇਹਨੂੰ ਬਹੁਤ ਜ਼ਿਆਦਾ ਸਿੰਪਲੀਫਾਈ ਅਗਰ ਕਰ ਸਕਦੇ ਹਾਂ ਤਾਂ ਆਪਾਂ ਇਹੀ ਗੱਲ ਕਰ ਸਕਦੇ ਹਾਂ ਕਿ ਸਰਕਾਰ ਨੇ ਡੈਲੀਬਰੇਟਲੀ ਇਹ ਕੰਮ ਕਰਾਇਆ। ਠੀਕ ਹੈ ਨਾ? ਉਹਦੇ ਵਾਸਤੇ ਕਿਸਾਨਾਂ ਨੂੰ ਇਸਤੇਮਾਲ ਕੀਤਾ ਜਾਂ ਕਿਸਾਨਾਂ ਦੇ ਰੂਪ ਦੇ ਵਿੱਚ ਆਪਣੇ ਏਜੰਸੀਆਂ ਨੂੰ ਇਸਤੇਮਾਲ ਕੀਤਾ, ਕਿਸੇ ਨੇ ਕੁਛ ਕੀਤਾ। ਔਰ ਅਗਰ ਇਹੋ ਜਿਹੀ ਨਲਾਇਕੀ ਇਹ ਕਰਦੇ ਰਹੇ ਤਾਂ ਇਹੀ ਅੱਗ ਇਹਨਾਂ ਦੇ ਘਰ 'ਚ ਲੱਗੇਗੀ। ਇਹੀ ਘਰ ਇਹਨਾਂ ਦੇ ਘਰ 'ਚ ਲੱਗੇਗੀ। ਵਿੱਚ ਆ ਕੇ ਇੱਕ ਸਾਡੇ ਪ੍ਰਾਈਮ ਮਿਨਿਸਟਰ ਸੇਫ ਨਹੀਂ ਹੈ ਤਾਂ ਅਸੀਂ ਕਿੱਦਾਂ ਕਹਿ ਸਕਦੇ ਹਾਂ ਸੇਫ ਹੈ? ਆਮ ਨਾਗਰਿਕ ਕਿੱਥੋਂ ਸੇਫ ਹੈ? ਪੂਰੇ ਦੇਸ਼ ਦੇ ਵਿੱਚ ਪੰਜਾਬੀਆਂ ਦੇ ਪ੍ਰਤੀ ਨਫ਼ਰਤ ਪੈਦਾ ਕਰਾਤੀ। ਬਿਲਕੁਲ। ਠੀਕ ਹੈ ਕਿ ਨਹੀਂ? ਇਹੋ ਜਿਹੇ ਨਲਾਇਕ ਚੀਫ ਮਿਨਿਸਟਰ ਨੂੰ ਅਸੀਂ ਕੀ ਕਰਨਾ? ਇਨਵੈਸਟਮੈਂਟ ਲੈ ਕੇ ਕੋਈ ਆਏਗਾ ਕਿਉਂ? ਜਿੱਥੇ ਪ੍ਰਾਈਮ ਮਿਨਿਸਟਰ ਦੀ ਸੇਫਟੀ ਨਹੀਂ, ਆਮ ਉਹਨਾਂ ਦੀ ਇਨਵੈਸਟਰ ਦੀ ਸੇਫਟੀ ਕਿੱਥੋਂ ਹੋਏਗੀ? ਸਾਡੀ ਸੇਫਟੀ ਇਨਵੈਸਟਮੈਂਟ ਕਿਉਂ ਨਹੀਂ ਹੋ ਰਹੀ? ਜਿਹੜੇ ਵੱਡੇ ਇੰਡਸਟਰੀਅਲਿਸਟ ਹੈਗੇ ਬਾਹਰੋਂ ਆਉਂਦੇ ਆ, ਉਹ ਕਹਿੰਦੇ ਸਾਡੇ ਕੋਲ ਇੱਥੇ ਜਿਹੜੀ ਸਿਕਿਉਰਿਟੀ ਨਹੀਂ ਹੈ, ਤੁਹਾਡੀ ਸੋਸ਼ਲ ਸਿਕਿਉਰਿਟੀ ਨਹੀਂ ਹੈ, ਪਤਾ ਨਹੀਂ ਕੱਲ ਨੂੰ ਕੀ ਹੋ ਜਾਣਾ ਇੱਥੇ।
ਅੱਛੇ ਉਹ ਇਨਵੈਸਟਮੈਂਟ ਜਿਹੜੀ ਹਿਮਾਚਲ 'ਚ ਕਰ ਰਹੇ, ਸਾਡੀ ਨਾਲ ਦੀ ਸਟੇਟ ਹੈ ਹਿਮਾਚਲ, ਦੇਖੋ ਕਿੰਨੀ ਡਿਵੈਲਪ ਹੈ, ਕਿੰਨਾ ਏਮਪਲੋਇਮੈਂਟ ਹੈਗਾ। ਪੰਜਾਬ 'ਚ ਕਿਹਾ ਹੈ ਕੁਝ ਵੀ ਨਹੀਂ ਹੈਗਾ ਜੀ। ਨਹੀਂ ਇੱਥੇ ਪਤਾ ਕੀ ਹੈ, ਇਹੀ ਹੈ ਇੱਥੇ ਆ ਵੀ ਇੱਥੇ ਇੱਕ ਪੋਲੀਟੀਕਲ ਏਜੰਡਾ ਬਣ ਗਿਆ ਮੋਦੀ ਵਿਰੋਧ। ਉਹ ਇੱਕ ਫੈਸ਼ਨ ਬਣ ਗਿਆ ਮੋਦੀ ਵਿਰੋਧ। ਇਹ ਨਹੀਂ ਪਤਾ ਵੀ ਉਹਦੇ ਚ ਅਸੀਂ ਵੀ ਕਰਦੇ ਪਏ ਹਾਂ। ਅੱਜ ਇਹ ਮੋਦੀ ਨਹੀਂ ਪੰਜਾਬ ਚ ਆ ਰਿਹਾ ਸੀ, ਇਹ ਪ੍ਰਾਈਮ ਮਿਨਿਸਟਰ ਆਫ ਇੰਡੀਆ ਆ ਰਿਹਾ ਸੀ। ਇਹ ਸਮਝਣ ਦੀ ਗੱਲ ਹੈ। ਜੇ ਆਪਾਂ ਇਹ ਨਹੀਂ ਸਮਝ ਸਕਦੇ ਤਾਂ ਸਾਡੇ ਤੋਂ ਨਲਾਇਕ ਕੋਈ ਬੰਦਾ ਨਹੀਂ। ਨਹੀਂ ਅਸੀਂ ਤਾਂ ਨਲਾਇਕੀ ਸ਼ੋਅ ਕਰ ਹੀ ਦਿੱਤੀ। ਬਿਲਕੁਲ ਮੈਂ ਤਾਂ ਕਹਿ ਰਿਹਾ ਸੀ, ਬਿਲਕੁਲ ਨਲਾਇਕੀ ਸ਼ੋਅ ਤਾਂ ਕਰ ਹੀ ਦਿੱਤੀ। ਤਾਂ ਹੀ ਤਾਂ ਕਹਿ ਰਹੇ ਮੰਦਭਾਗਾ ਹੋਇਆ ਜੋ ਹੋਇਆ। ਹੁਣ ਅਸੀਂ ਪੂਰਾ ਪੰਜਾਬ ਹੀ ਸ਼ਰਮਸਾਰ ਹੋ ਗਿਆ। ਚਲੋ ਆਪਾਂ ਮੋਦੀ ਨਹੀਂ ਆ ਰਿਹਾ ਸੀ, ਉਹ ਪ੍ਰਾਈਮ ਮਿਨਿਸਟਰ ਆਫ ਇੰਡੀਆ ਆ ਰਿਹਾ ਸੀ। ਮੋਦੀ ਸਾਹਿਬ ਦੀ ਪਰਸਨਲ ਵਿਰੋਧਤਾ ਕਰਨੀ, ਪ੍ਰਾਈਮ ਮਿਨਿਸਟਰ ਹਰ ਪਾਰਟੀ ਤੋਂ ਉੱਪਰ ਹੈ, ਕਿਸੇ ਪਾਰਟੀ ਦਾ ਨਹੀਂ। ਪ੍ਰਾਈਮ ਮਿਨਿਸਟਰ ਸਾਹਿਬ ਦੀ ਗੱਲ ਹੋ ਰਹੀ ਕਿ ਪ੍ਰਾਈਮ ਮਿਨਿਸਟਰ ਸਾਹਿਬ ਸਾਡੇ ਇਹ ਜਿਹੜਾ ਗੁੱਸਾ ਅਸੀਂ ਆਪਸ ਚ ਕਰ ਰਹੇ ਹਾਂ, ਆਪਾਂ ਸੜਕਾਂ ਤੇ ਵੀ ਦੇਖਿਆ, ਸਭ ਜਗ੍ਹਾ ਦੇਖਿਆ। ਹੋ ਸਕਦਾ ਸਾਡੀ ਸਰਕਾਰ ਨੂੰ ਅਕਲ ਆ ਜਾਏ। ਆਪਾਂ ਪਹਿਲੇ ਤਾਂ ਪ੍ਰਮਾਤਮਾ ਦਾ ਧੰਨਵਾਦ ਕਰਦੇ ਹਾਂ ਕਿ ਸਾਡਾ ਜਿਹੜਾ ਦੇਸ਼ ਦਾ ਸਿਰਮੌਰ ਵਿਅਕਤੀ ਹੈ ਉਹਦੇ ਨਾਲ ਕੋਈ ਮਿਸਹੈਪਨਿੰਗ ਨਹੀਂ ਹੋਈ। ਔਰ ਉਹਦੇ ਬਾਅਦ ਸਾਡਾ ਸਾਰਾ ਸਮਾਜ ਆਪਸ ਦੇ ਵਿੱਚ ਜਿਹੜਾ ਹੈ ਹੁਣ ਇਸ ਰੂਪ 'ਚ ਜਾਗਰੂਕ ਹੋ ਗਿਆ ਕਿ ਇਹੋ ਜਿਹੇ ਜਿਹੜੇ ਨਲਾਇਕੀਆਂ ਇਹਨਾਂ ਨੂੰ ਬਰਦਾਸ਼ਤ ਨਾ ਕੀਤਾ ਜਾਏ। ਬਾਕੀ ਇਹ ਹੈ ਕਿ ਪੰਜਾਬ ਨੇ ਆਪਣੀ ਕਮੇਟੀ ਬਣਾਤੀ ਹੈ, ਆਪਣੇ ਮਿਨਿਸਟਰੀ ਆਫ ਹੋਮ ਅਫੇਅਰਸ ਨੇ ਆਪਣੀ ਕਮੇਟੀ ਬਣਾਤੀ ਹੈ। ਪੰਜਾਬ ਸਰਕਾਰ ਹੋਰ ਕੁਝ ਬੋਲ ਰਹੀ ਹੈ। ਜੋ ਤੱਤ ਹੈ ਅਸੀਂ ਤਾਂ ਇਹ ਕਹਿੰਦੇ ਫਿਰ ਵੀ ਇਹਨਾਂ ਦੇ ਮਤਲਬ ਸਦਬੁੱਧੀ ਦਵੇ ਸਾਰਿਆਂ ਨੂੰ, ਤੇ ਜੋ ਸੱਚਾਈ ਵਿੱਚ ਹੈਗੀ ਹੈ ਉਹ ਨਿਕਲੇ ਤਾਂ ਕਿ ਦੇਸ਼ ਦੇ ਲੋਕਾਂ ਨੂੰ ਪਤਾ ਚੱਲੇ ਵੀ ਅਸਲੀਅਤ ਕੀ ਹੋਈ ਹੈ। ਦੇਖੋ ਚੂਕ ਸੀ, ਐਵੇਂ ਅਣਜਾਣੀ ਚੂਕ ਸੀ ਕਿ ਜਾਣਬੁੱਝ ਕੇ ਸਾਰੀਆਂ ਜ਼ਿੰਦਗੀਆਂ ਲੱਗਣਾ ਚਾਹੀਦਾ। ਸਾਰੀਆਂ ਜ਼ਿੰਦਗੀਆਂ ਕੀਮਤੀ ਹੈ, ਲੇਕਿਨ ਪ੍ਰਾਈਮ ਮਿਨਿਸਟਰ ਦੀ ਜਿਹੜੀ ਜ਼ਿੰਦਗੀ ਹੈ ਸਰਵੋਪਰੀ ਹੈ। ਔਰ ਕਿਸੇ ਹੋਰ ਦੀ ਨਲਾਇਕੀ ਦੇ ਨਾਲ ਅਗਰ ਉਹਨੂੰ ਕੁਝ ਹੋ ਜਾਂਦਾ ਤਾਂ ਸ਼ਾਇਦ ਪੰਜਾਬ ਜ਼ਿੰਦਗੀ ਭਰ ਕਦੀ ਵੀ ਆਪਣੇ ਆਪ ਨੂੰ ਮਾਫ ਨਾ ਕਰ ਪਾਉਂਦਾ। ਅੱਜ ਅਸੀਂ ਇਸ ਐਪੀਸੋਡ ਦੇ ਵਿੱਚ ਪ੍ਰਾਈਮ ਮਿਨਿਸਟਰ ਦੀ ਸਿਕਿਉਰਿਟੀ ਬਾਰੇ ਗੱਪਸ਼ਪ ਕੀਤੀ ਹੈ। ਅਗਲੀ ਵਾਰੀ ਫੇਰ ਮਿਲਾਂਗੇ। ਜੈ ਹਿੰਦ, ਭਾਰਤ ਮਾਤਾ ਕੀ ਜੈ।